ਚੌਪਈ ਸਾਹਿਬ ਜੋ ਅੰਮ੍ਰਿਤ ਰੂਪ ਬਾਣੀ ਹੈ, ਇਹ ਸਤਿਗੁਰੂ ਸ੍ਰੀ ਦਸਮ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੋ ਬਾਣੀ ਹੈ, ਸੋ ਉਸ ਦੇ ਅੰਗ 1386 ਤੋਂ 1388 ਤੱਕ ਸੁਭਾਏਮਾਨ ਹੈ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਅਗੰਮੀ ਬਾਣੀ ਜਾਪ ਸਾਹਿਬ ਇਤਿਆਦਿਕ ਬਾਣੀਆਂ ਦੀ ਰਚਨਾ ਕੀਤੀ, ਉੱਥੇ ਕਈ ਗ੍ਰੰਥਾਂ ਦਾ ਉਲਥਾ ਵੀ ਕੀਤਾ, ਤਰਜਮਾ ਵੀ ਕੀਤਾ, ਤੇ ਇਉਂ ਉਹ ਬਾਣੀਆਂ ਵੀ ਉਚਾਰਨ ਕੀਤੀਆਂ। ਜਿਵੇਂ ਗਿਆਨ ਪ੍ਰਬੋਧ ਹੈ ਤੇ ਹੋਰ ਬਾਣੀਆਂ ਹਨ। ਸ਼ਸਤਰ ਨਾਮ ਮਾਲਾ ਬਾਣੀ, ਉਹਦੇ ਵਿੱਚ ਸ਼ਸਤਰਾਂ ਦੇ ਨਾਮਾਂ ਦਾ ਵਰਣਨ ਕੀਤਾ ਹੈ। ਇਸੇ ਤਰ੍ਹਾਂ ਅਵਤਾਰਾਂ ਦੀ ਕਥਾ ਆਉਂਦੀ ਹੈ। ਉਹ ਅਵਤਾਰਾਂ ਦੀ ਕਥਾ ਸਾਡੇ ਗਿਆਨ ਵਾਸਤੇ ਸਤਿਗੁਰਾਂ ਨੇ ਭਾਗਵਤ ਪ੍ਰਾਣ ਦਾ ਟੀਕਾ ਉਲਥਾ ਕੀਤਾ। ਇਸੇ ਤਰ੍ਹਾਂ ਆਪਣੀ ਸਵੈ ਕਥਾ ਮਹਾਰਾਜ ਜੀ ਨੇ ਬਚਿੱਤਰ ਨਾਟਕ ਬਾਣੀ ਲਿਖੀ ਹੈ। ਹੋਰ ਵੀ ਬਾਣੀਆਂ ਸੁਭਾਏਮਾਨ ਹਨ। ਔਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਰਧ ਭਾਗ ਹੈ, ਉਹ ਬਾਣੀ ਹੈ ਚਰਿਤ੍ਰੋਪਖਿਆਨ, ਜਿਸ ਦੇ ਬਾਰੇ ਜੋ ਸ਼ੰਕਾਵਾਦੀ ਤੇ ਨਿੰਦਕ ਨੇ ਉਹ ਬਹੁਤਾ ਰੌਲਾ ਪਾਉਂਦੇ ਨੇ। ਅਖੇ ਜੀ ਇਹ ਗੁਰੂ ਮਹਾਰਾਜ ਦੀ ਰਚਨਾ ਨਹੀਂ। ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਦੇ ਆਚਰਣ ਨੂੰ ਉੱਚਿਆਂ ਰੱਖਣ ਵਾਸਤੇ, ਕਿਉਂਕਿ ਜਿਹੜਾ ਸੂਰਮਾ ਕੋਈ ਮੈਦਾਨੇ ਜੰਗ ਵਿੱਚ, ਯੁੱਧ ਭੂਮੀ ਵਿੱਚ ਸ਼ਸਤਰਾਂ ਦੇ ਨਾਲ ਕਾਬੂ ਨਹੀਂ ਆਉਂਦਾ, ਜਿਸ ਨੂੰ ਰਾਜਨੀਤੀ ਨਾਲ ਨਹੀਂ ਹਰਾਇਆ ਜਾ ਸਕਦਾ, ਜਿਸ ਨੂੰ ਕਿਸੇ ਤਰ੍ਹਾਂ ਦੇ ਨਾਲ ਮਾਤ ਨਹੀਂ ਦਿੱਤੀ ਜਾ ਸਕਦੀ, ਉਹਨੂੰ ਖਤਮ ਕਰਨ ਵਾਸਤੇ ਪੁਰਾਣੇ ਰਾਜੇ ਮਹਾਰਾਜੇ ਤਰੀਕਾ ਵਰਤਦੇ ਸੀ ਕਿ ਉਹਨੂੰ ਰੂਪ ਅਤੇ ਕਾਮ ਦੇ ਜਾਲ ਵਿੱਚ ਭਰਮਾ ਕੇ ਖਤਮ ਕਰ ਦਿਓ। ਤੇ ਇਹ ਰੂਪ ਕਾਮ ਦਾ ਜਿਹੜਾ ਵਿਸ਼ਾ ਹੈ, ਇਹਦੇ ਵਿੱਚ ਕਈ ਵੱਡੇ ਵੱਡੇ ਸੂਰਮੇ ਜਿਹੜੇ ਸੀ ਉਹ ਗਰਕ ਹੋਏ, ਇਹ ਇਤਿਹਾਸ ਵਿੱਚ ਵਾਰਤਾ ਮਿਲਦੀ ਹੈ। ਸਾਡਾ ਜੀਵਨ ਦਾ ਪੱਧਰ ਉੱਚਾ ਰੱਖਣ ਦੇ ਵਾਸਤੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੋ ਗੁਰੂ ਕੇ ਬਚਨ ਆਪਾਂ ਚੇਤੇ ਕਰਦੇ ਹਾਂ ਕਿ ਸੁਧ ਜਬ ਤੇ ਹਮ ਧਰੇ, ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸੰਗ ਨੇਹ ਤੁਮ ਨਿਤ ਵਢਈਆ ਹੋ, ਪਰ ਨਾਰੀ ਕੀ ਸੇਜ ਭੂਤ ਸੁਪਨਾ ਹੋਣਾ ਜਈਆ ਹੋ। ਇਹ ਸਤਿਗੁਰੂ ਜੀ ਨੇ ਇਸ ਚਰਿਤ੍ਰੋਪਖਿਆਨ ਬਾਣੀ ਵਿੱਚ ਹੀ ਉਪਦੇਸ਼ ਦਿੱਤਾ ਹੈ। ਜੋ ਅਖੀਰਲਾ ਚਰਿੱਤਰ ਹੈ 405ਵਾਂ, ਉਹਦੇ ਵਿੱਚ ਇਹ ਪੰਕਤੀਆਂ ਆਉਂਦੀਆਂ ਨੇ। ਸੋ ਸਾਧ ਸੰਗਤ ਜੀ, ਇਉਂ ਸਾਡਾ ਜੀਵਨ ਪੱਧਰ ਉੱਚਾ ਰੱਖਣ ਦੇ ਵਾਸਤੇ ਇਹ ਇੱਕ ਸਾਖੀ ਆਉਂਦੀ ਹੈ ਕਿ ਸਿੰਘਾਂ ਨੇ ਇੱਕ ਵਾਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ, ਇਹ ਜਿਹੜੇ ਮੁਗਲ ਪਠਾਨ ਨੇ, ਜ਼ਾਲਮ ਲੋਕ, ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ ਉਹਨਾਂ ਦੀ ਇੱਜ਼ਤ ਨੂੰ ਖੁਆਰ ਕਰਦੇ ਨੇ। ਜੇ ਅਸੀਂ ਵੀ ਇਹਨਾਂ ਦੇ ਨਾਲ ਇਹੋ ਜਿਹਾ ਵਰਤਾਓ ਕਰੀਏ ਤਾਂ ਇਹਨਾਂ ਨੂੰ ਪਤਾ ਲੱਗੇ ਕਿ ਧੀਆਂ ਭੈਣਾਂ ਦਾ ਦੁੱਖ ਕੈਸਾ ਹੁੰਦਾ ਹੈ। ਕੀ ਆਗਿਆ ਹੈ? ਮਹਾਰਾਜ ਨੇ ਬਚਨ ਕੀਤਾ, ਬਿਲਕੁਲ ਨਹੀਂ। ਉੱਥੇ ਗੁਰੂ ਕੇ ਬਚਨ ਆਉਂਦੇ ਨੇ, ਹਮ ਲੈ ਜਾਨੋ ਪੰਥ ਉਚੇਰੇ, ਅਸੀਂ ਆਪਣੇ ਪੰਥ ਨੂੰ ਉੱਚਿਆਂ ਚੁੱਕਣਾ ਹੈ, ਅਸੀਂ ਥੱਲੇ ਨਹੀਂ ਡਿੱਗਣ ਦੇਣਾ। ਔਰ ਇਹ ਸਿਧਾਂਤ ਸਤਿਗੁਰੂ ਜੀ ਨੇ ਦ੍ਰਿੜ ਕੀਤਾ ਕਿ ਪਰ ਬੇਟੀ ਕਉ ਬੇਟੀ ਜਾਣੈ, ਪਰ ਇਸਤਰੀ ਕਉ ਮਾਤ ਬਖਾਨੈ। ਆਪਣੀ ਇਸਤਰੀ ਸੋਰਤ ਹੋਈ, ਰਹਿਤਵਾਨ ਖਾਲਸ ਹੈ ਸੋਈ। ਪਰਾਈ ਬੇਟੀ ਨੂੰ ਆਪਣੀ ਬੇਟੀ ਕਰਕੇ ਜਾਣਨਾ, ਪਰਾਈ ਭੈਣ ਨੂੰ ਆਪਣੀ ਭੈਣ ਕਰਕੇ ਮੰਨਣਾ, ਪਰਾਈ ਇਸਤਰੀ ਨੂੰ ਆਪਣੀ ਮਾਤਾ ਰੂਪ ਕਰਕੇ ਜਾਣਨਾ। ਇਹ ਗੁਰਸਿੱਖ ਨੂੰ ਉੱਚਾ ਸੁੱਚਾ ਸਿਧਾਂਤ ਸਤਿਗੁਰੂ ਗਰੀਬ ਨਵਾਜ ਨੇ ਬਖਸ਼ਿਆ ਹੈ। ਬੀਬੀਆਂ ਵਾਸਤੇ ਵੀ ਇਹੀ ਸਿੱਖਿਆ ਹੈ। ਪਰਾਏ ਮਰਦ ਜਿਹੜੇ ਬਰਾਬਰ ਦੇ ਨੇ ਭਰਾਵਾਂ ਦੀ ਤਰ੍ਹਾਂ, ਜਿਹੜੇ ਛੋਟੀ ਉਮਰ ਦੇ ਨੇ ਪੁੱਤਰਾਂ ਦੀ ਤਰ੍ਹਾਂ ਜਾਣਨੇ, ਜਿਹੜੇ ਵੱਡੀ ਉਮਰ ਦੇ ਨੇ ਉਹਨਾਂ ਨੂੰ ਪਿਤਾ ਦੀ ਤਰ੍ਹਾਂ ਜਾਣਨਾ। ਕੇਵਲ ਆਪਣੇ ਪਤੀ ਪਤਨੀ ਦੇ ਜੱਤ ਸੱਤ ਵਿੱਚ ਪਰਪੱਕ ਰਹਿਣਾ, ਬਾਕੀ ਹੋਰ ਇਉਂ ਸਾਰਿਆਂ ਨੂੰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਇਹ ਗੁਰਮਤਿ ਦਾ ਅਸੂਲ ਹੈ। ਸੋ ਇਹੋ ਜਿਹੀਆਂ ਭੈੜੀਆਂ ਚਾਲਾਂ ਤੋਂ ਬਚਾਉਣ ਦੇ ਵਾਸਤੇ, ਗੁਰਸਿੱਖ ਨੂੰ ਸੁਚੇਤ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਰਿਤ੍ਰੋਪਖਿਆਨ ਬਾਣੀ ਦਾ ਉਚਾਰਨ ਕੀਤਾ। ਤੇ ਉਸ ਚਰਿਤ੍ਰੋਪਖਿਆਨ ਦੇ ਅਖੀਰ ਵਿੱਚ ਗੁਰੂ ਗਰੀਬ ਨਵਾਜ ਜੀ ਨੇ ਇਹ ਚੌਪਈ ਸਾਹਿਬ ਉਚਾਰਨ ਕੀਤੀ ਹੈ। ਕਿਉਂਕਿ ਵਿਸ਼ਿਆਂ ਵਿਕਾਰਾਂ ਤੋਂ ਬਚ ਸਕਣਾ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ। ਇਹ ਗੁਰੂ ਅੱਗੇ ਹੀ ਅਰਦਾਸ ਬੇਨਤੀ ਕਰਨੀ ਬਣ ਆਉਂਦੀ ਹੈ। ਵਾਹਿਗੁਰੂ ਦੇ ਹੀ ਤਰਲੇ ਲੈਣੇ ਬਣਦੇ ਨੇ ਕਿ ਵਾਹਿਗੁਰੂ ਜੀ ਹਮਰੀ ਕਰੋ ਹਾਥ ਦਾ ਰੱਛਾ, ਇਹਨਾਂ ਵਿਸ਼ਿਆਂ ਵਿਕਾਰਾਂ ਔਗਣਾਂ ਤੋਂ ਸਾਡੀ ਰੱਖਿਆ ਕਰੋ।
ਸਾਡੇ ਚਿੱਤ ਦੀ ਇੱਛਾ ਪੂਰੀ ਹੋਵੇ ਕਿ ਇਹਨਾਂ ਵਿਸ਼ਿਆਂ ਵਿਕਾਰਾਂ ਵਿੱਚ, ਇਹਨਾਂ ਭੈੜੀਆਂ ਗੱਲਾਂ ਵਿੱਚ ਸਾਡਾ ਚਿੱਤ ਨਾ ਲੱਗੇ, ਬਲਕਿ ਸਾਡਾ ਮਨ ਤਾਂ ਆਪ ਜੀ ਦੇ ਚਰਨਾਂ ਵਿੱਚ ਜੁੜਿਆ ਰਹੇ। ਆਪਣਾ ਜਾਣ ਕੇ ਸਾਡੀ ਪ੍ਰਤਪਾਲਣਾ ਕਰੋ, ਸਾਡੀ ਰੱਖਿਆ ਕਰੋ। ਇਉਂ ਚਰਿਤ੍ਰੋਪਖਿਆਨ ਦੇ ਅਖੀਰ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਚੌਪਈ ਸਾਹਿਬ ਰੱਖਿਆ ਲਈ ਬੇਨਤੀਆਂ ਕਰਨ ਵਾਸਤੇ ਉਚਾਰਨ ਕੀਤੀ ਹੈ। ਜਦੋਂ ਆਪਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਤੋਂ ਬਾਣੀ ਦਾ ਪਾਠ ਕਰਾਂਗੇ, ਕਿਉਂਕਿ ਪਿੱਛੋਂ ਇਹ ਬਾਣੀ ਦੀ ਰਚਨਾ ਚੱਲਦੀ ਆਉਂਦੀ ਹੈ ਔਰ ਇਹਦੇ 405 ਹੀ ਬੰਦ ਹਨ ਸਾਧ ਸੰਗਤ ਜੀ, ਉਸ ਅਖੀਰਲੇ ਚਰਿਤ੍ਰੋਪਖਿਆਨ ਦੇ ਤੇ ਪੂਰੀ ਬਾਣੀ ਦੇ। ਜਿਵੇਂ ਹੁਣ ਆਪਾਂ ਗੁਟਕੇ ਸਾਹਿਬ ਵਿੱਚੋਂ ਬਾਣੀ ਪੜ੍ਹਦੇ ਹਾਂ, ਆਪਣਾ ਜਾਨ ਕਰੋ ਪ੍ਰਤਪਾਰਾ, ਤੇ ਇੱਥੇ ਇੱਕ ਪੌੜੀ ਸੰਪੂਰਨ ਹੁੰਦੀ ਹੈ 4 ਪੰਕਤੀਆਂ ਵਾਲੀ, ਤੇ ਇੱਥੇ ਏਕਾ ਅੰਕ ਆਉਂਦਾ ਹੈ। ਜਦੋਂ ਦਸਮ ਬਾਣੀ ਦਾ ਪਾਠ ਆਪਾਂ ਸਰੂਪ ਤੋਂ ਕਰਾਂਗੇ ਨਾ ਚਰਿਤ੍ਰੋਪਖਿਆਨ ਦਾ, ਉੱਥੇ ਇੱਥੇ ਏਕਾ ਅੰਕ ਨਹੀਂ ਹੋਵੇਗਾ, ਬਲਕਿ 377 ਅੰਗ ਤੋਂ ਇਹ ਬਾਣੀ ਸ਼ੁਰੂ ਹੁੰਦੀ ਹੈ। 377, 78, 79 ਇਉਂ ਚੱਲਦਿਆਂ ਹੋਇਆਂ 405 ਤੇ ਜਾ ਕੇ ਸਮਾਪਤੀ ਹੁੰਦੀ ਹੈ। ਪਰ ਜਿਵੇਂ ਇਹ ਨਿਯਮ ਹੈ, ਜਿਵੇਂ ਸਤਿਗੁਰਾਂ ਕੀ ਬਾਣੀ ਵਿੱਚ ਜਿਹੜੇ ਮੁੱਖ ਬਾਣੀਆਂ ਦੇ ਸ਼ਬਦ ਆਉਂਦੇ ਨੇ, ਉੱਥੇ ਅੰਕ ਗਿਣਤੀ ਹੋਰ ਹੁੰਦੀ ਹੈ। ਪਰ ਜਦੋਂ ਆਪਾਂ ਆਰੰਭ ਵਿੱਚ ਸੋਦਰ ਤੇ ਸੋਹਿਲਾ ਪੜ੍ਹਦੇ ਹਾਂ, ਇੱਥੇ ਉਹਨਾਂ ਸ਼ਬਦਾਂ ਦੀ ਅੰਕ ਗਿਣਤੀ ਹੋਰ ਹੈ। ਉਸੇ ਹੀ ਮਰਜ਼ਾਦਾ ਦੇ ਮੁਤਾਬਕ ਜਦੋਂ ਚੌਪਈ ਸਾਹਿਬ ਦਾ ਵੱਖਰਾ ਪਾਠ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਤਾਂ ਇੱਥੇ ਉਹ ਗਿਣਤੀ 377 ਤੋਂ ਸ਼ੁਰੂ ਨਹੀਂ ਕੀਤੀ, ਬਲਕਿ ਏਕੇ ਤੋਂ ਸ਼ੁਰੂ ਕਰਕੇ 1, 2 ਇਤਿਆਦਿਕ ਅੰਗ ਜਿਹੜੇ ਨੇ ਇਹ ਸ਼ੁਰੂ ਕੀਤੇ ਨੇ। ਚੌਪਈ ਤੋਂ ਭਾਵ ਹੈ 4 ਪਦਾਂ ਦਾ ਇੱਕ ਬੰਦ, ਭਾਵ ਕਿ 4 ਪੰਕਤੀਆਂ ਦਾ ਇੱਕ ਪਦਾ, ਇਹਨੂੰ ਚੌਪਈ ਕਿਹਾ ਜਾਂਦਾ ਹੈ। ਚੌਪਈ ਨਹੀਂ ਬੋਲਣਾ, ਕਈ ਲੋਕ ਚੌਪਈ ਬੋਲਦੇ ਨੇ। ਚੌਪਈ ਇਹ ਇਹਦਾ ਸ਼ੁੱਧ ਉਚਾਰਨ ਹੈ। ਆਓ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਪੜ੍ਹੀਏ ਤੇ ਬਾਣੀ ਦੇ ਉਚਾਰਨ ਤੋਂ ਜਾਣੂ ਹੋਈਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਕਬਿਓ ਬਾਚ ਬੇਨਤੀ ਚੌਪਈ। ਕਬਿਓ ਬਾਚ ਦਾ ਕੀ ਭਾਵ ਹੈ? ਜਿਹੜੀ ਚਰਿਤ੍ਰੋਪਖਿਆਨ ਬਾਣੀ ਹੈ ਨਾ ਸਾਧ ਸੰਗਤ ਜੀ, ਇਹਦੇ ਵਿੱਚ ਵੀ ਜੋ ਸਭ ਤੋਂ ਪਹਿਲੀ ਸਤਿਗੁਰੂ ਜੀ ਨੇ ਜਿੱਥੋਂ ਆਰੰਭਤਾ ਕੀਤੀ ਹੈ, ਉੱਥੇ ਵਾਰਤਾ ਹੈ। ਜਿਵੇਂ ਆਪਾਂ ਪੂਰਨ ਭਗਤ ਦੀ ਵਾਰਤਾ ਪੜ੍ਹਦੇ ਸੁਣਦੇ ਹਾਂ, ਜਿਵੇਂ ਆਸ ਰਾਜੇ ਦੀ ਵਾਰਤਾ ਹੈ। ਇੱਕ ਰਾਜਾ ਹੈ, ਆਪ ਉਮਰ ਦਾ ਵਡੇਰਾ ਹੈ, ਪਰ ਨੌਜਵਾਨ ਰਾਣੀ ਵਿਆਹ ਕੇ ਲਿਆਂਦੀ ਹੈ। ਉਹ ਨੌਜਵਾਨ ਰਾਣੀ ਰਾਜੇ ਦੇ ਨੌਜਵਾਨ ਪੁੱਤਰ ਦੇ ਉੱਪਰ ਮੋਹਿਤ ਹੁੰਦੀ ਹੈ ਤੇ ਉਸ ਦੇ ਕੋਲ ਆਪਣੀ ਭਾਵਨਾ ਪ੍ਰਗਟ ਕਰਦੀ ਹੈ। ਪਰ ਪੁੱਤਰ ਧਰਮੀ ਹੈ, ਉਹ ਇਨਕਾਰ ਕਰਦਾ ਕਿ ਤੂੰ ਮੇਰੀ ਮਾਂ ਹੈ ਤੇ ਮੈਂ ਪੁੱਤਰ ਧਰਮ ਨਿਭਾਉਣ ਵਾਸਤੇ ਹੀ ਪਾਬੰਦ ਹਾਂ। ਜਦੋਂ ਉਹ ਆਪਣੇ ਧਰਮ ਤੇ ਪਰਪੱਕ ਰਹਿੰਦਾ ਹੈ, ਕ੍ਰੋਧ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਰਾਣੀ ਉਹਦੇ ਉੱਪਰ ਝੂਠਾ ਦੂਸ਼ਣ ਲਾਉਂਦੀ ਹੈ ਤੇ ਉਹ ਝੂਠੇ ਦੂਸ਼ਣ ਤੋਂ ਗੁੱਸੇ ਹੋ ਕੇ ਰਾਜਾ ਸੱਚ ਝੂਠ ਦੀ ਵਿਚਾਰ ਕੀਤੇ ਤੋਂ ਬਿਨਾਂ ਹੀ ਆਪਣੇ ਪੁੱਤਰ ਨੂੰ ਸਜ਼ਾ ਦੇਣ ਦੇ ਵਾਸਤੇ ਹੁਕਮ ਜਾਰੀ ਕਰ ਦਿੰਦਾ ਹੈ। ਪਰ ਰਾਜੇ ਦਾ ਵਜ਼ੀਰ ਬੜਾ ਸਿਆਣਾ ਹੈ, ਉਹ ਫਿਰ ਰਾਜੇ ਨੂੰ ਅਨੇਕਾਂ ਕਹਾਣੀਆਂ ਸੁਣਾ ਕੇ ਸਮਝਾਉਂਦਾ ਕਿ ਰਾਜਾ, ਇਹ ਜਿਹੜੀਆਂ ਵਿਗੜੇ ਆਚਰਣ ਵਾਲੀਆਂ ਹੁੰਦੀਆਂ ਨੇ, ਇਹਨਾਂ ਦੇ ਚਰਿੱਤਰਾਂ ਨੂੰ ਤੂੰ ਨਹੀਂ ਜਾਣਦਾ। ਲੈ ਮੈਂ ਤੈਨੂੰ ਸਮਝਾਉਂਦਾ ਕਿ ਕੀ ਕੁਝ ਦੁਨੀਆ ਤੇ ਹੁੰਦਾ ਹੈ। ਉਹ ਸਾਰੀਆਂ ਕਹਾਣੀਆਂ ਫਿਰ ਸਤਿਗੁਰੂ ਜੀ ਲਿਖਦੇ ਨੇ। ਜਿਹੜਾ ਆਪਾਂ ਪੜ੍ਹਦੇ ਹਾਂ ਨਾ ਮੰਤਰੀ ਭੂਪ ਸੰਵਾਦੇ, ਇਹਦਾ ਅਰਥ ਹੀ ਇਹੀ ਹੈ, ਮੰਤਰੀ ਤੇ ਰਾਜੇ ਦਾ ਸੰਵਾਦ, ਮੰਤਰੀ ਤੇ ਰਾਜੇ ਦੀ ਗੱਲਬਾਤ। ਉਹਦੇ ਵਿੱਚ ਜਿਹੜੇ ਪਾਤਰ ਆਉਂਦੇ ਨੇ, ਉਹਨਾਂ ਸਾਰੀਆਂ ਕਹਾਣੀਆਂ ਵਿੱਚ ਉਹਨਾਂ ਪਾਤਰਾਂ ਦੇ ਮੂੰਹੋਂ ਉਹ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਕੋਈ ਬੀਬੀ ਇਉਂ ਕਹਿ ਰਹੀ ਹੈ, ਅੱਗੋਂ ਜਿਹੜਾ ਕੋਈ ਮਰਦ ਹੈ ਉਹ ਇਉਂ ਜਵਾਬ ਦੇ ਰਿਹਾ ਹੈ, ਤੇ ਰਾਜਾ ਇਉਂ ਕਹਿ ਰਿਹਾ ਤੇ ਮੰਤਰੀ ਇਉਂ ਕਹਿ ਰਿਹਾ ਹੈ। ਇਉਂ ਉਹ ਪਾਤਰ ਬਣਾ ਕੇ ਸਤਿਗੁਰੂ ਜੀ ਨੇ ਉਹ ਕਹਾਣੀਆਂ ਸਾਰੀਆਂ ਲਿਖੀਆਂ ਨੇ। ਤੇ ਸਾਰੀਆਂ ਲਿਖਣ ਤੋਂ ਬਾਅਦ ਹੁਣ ਇਹ ਜਿਹੜੀ ਬਾਣੀ ਹੈ, ਇਹ ਕਿਸੇ ਪਾਤਰ ਦੇ ਮੂੰਹ ਤੋਂ ਕਹੀ ਹੋਈ ਗੱਲ ਨਹੀਂ, ਨਾ ਰਾਜੇ ਦੇ, ਨਾ ਕਿਸੇ ਵਜ਼ੀਰ ਦੇ, ਨਾ ਕਿਸੇ ਬੀਬੀ ਦੇ, ਨਾ ਕਿਸੇ ਮਰਦ ਦੇ ਮੂੰਹੋਂ ਕਹੀ ਹੋਈ ਗੱਲ ਉਹ ਕਹਾਣੀ ਵਿੱਚ ਸਤਿਗੁਰਾਂ ਰੱਖੀ ਹੈ, ਬਲਕਿ ਸਤਿਗੁਰਾਂ ਨੇ ਆਪ ਇਹ ਬੇਨਤੀ ਸਾਡੇ ਵਾਸਤੇ ਉਚਾਰਨ ਕੀਤੀ ਹੈ। ਕਵੀ ਹਨ, ਕਵਿਤਾ ਨੂੰ ਉਚਾਰਨ ਕਰਨ ਵਾਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ। ਤੇ ਗੁਰੂ ਕਾ ਆਪਣਾ ਇਹ ਬਚਨ ਹੈ, ਆਪਣੀ ਮੁੱਖ ਵਾਕ ਉਚਾਰਨ ਰਚਨਾ ਹੈ, ਆਪਣੇ ਵੱਲੋਂ ਹੈ, ਕਿਸੇ ਵੱਲੋਂ ਨਹੀਂ। ਜਿਹੜੇ ਕਹਾਣੀਆਂ ਲਿਖੀਆਂ ਨੇ ਉਹ ਤਾਂ ਕਿਸੇ ਵੱਲੋਂ ਲਿਖੀਆਂ ਨਾ,
ਕਿ ਫਲਾਣੇ ਨੇ ਇਦਾਂ ਕਿਹਾ, ਫਲਾਣੇ ਨੇ ਇਦਾਂ ਕਿਹਾ। ਇਹ ਕਿਸੇ ਵੱਲੋਂ ਨਹੀਂ, ਇਹ ਬੇਨਤੀ ਪ੍ਰਮਾਤਮਾ ਦੇ ਚਰਨਾਂ ਵਿੱਚ ਸਾਡੇ ਵਾਸਤੇ ਕਲਗੀਧਰ ਪਿਤਾ ਵੱਲੋਂ, ਆਪਣੇ ਵੱਲੋਂ ਹੈ। ਇਸ ਲਈ ਬਚਨ ਕਿਹਾ ਕਵਿਓ ਬਾਚ, ਕਵੀ ਦਾ ਉਵਾਚ। ਕਵੀ ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਹੋਏ ਬਚਨ ਬੇਨਤੀ, ਬੇਨਤੀ ਰੂਪ ਵਿੱਚ ਕਹੇ ਬਚਨ ਕਵਿਓ ਬਾਚ ਬੇਨਤੀ ਚੌਪਈ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। हमरे दुष्ट सबै तुम कावहो, आप हाथ दै मोह बचावहो। सुखी बसै मोरो परिवारा, सेवक सिख सबै करतारा। हाँ, सिख जिवें पाठ कीता है सस्से दे उपर वजन दे के सिख, सेवक सिख सबै करतारा। सेवक सिख सबै करतारा, मोर अच्छा निज कर दै करियै, सब बैरन काओ आज संघरियै। ਇਹ ਜਿਹੜੇ ਅੱਖਰ ਨੇ ਇਹਨਾਂ ਦਾ ਆਮ ਹੀ ਜਿਹੜੇ ਲੋਕ ਨੇ ਗਲਤ ਉਚਾਰਨ ਕਰਦੇ ਨੇ। ਉਹ ਇਹ ਸੋਚਦੇ ਨੇ ਕਿ ਰਾਰੇ ਨੂੰ ਸਿਹਾਰੀ ਲਿਖੀ ਹੈ, ਉਹ ਪਾਠ ਕਰਦੇ ਨੇ ਕਿ ਮੋਰ ਅੱਛਾ ਨਿਜ ਕਰਦਾ ਕਰਿਆ, ਸਭ ਬੈਰਨ ਕਉ ਆਜ ਸੰਘਰਿਆ। ਪਰ ਇੱਥੇ ਰਾਰੇ ਦੀ ਸਿਹਾਰੀ ਦਾ ਉਚਾਰਨ ਸਿਹਾਰੀ ਰੂਪ ਵਿੱਚ ਨਹੀਂ ਹੋਣਾ। ਜਿਹੜਾ ਅਗਲਾ ਯਈਆ ਹੈ ਉਹਦੇ ਪ੍ਰਭਾਵ ਨਾਲ ਇਹ ਸਿਹਾਰੀ ਨੇ ਬਿਹਾਰੀ ਬਣਨਾ ਹੈ। ਚੌਪਈ ਦਾ ਇਹ ਨਿਯਮ ਹੈ ਕਿ ਇੱਕ ਪੰਕਤੀ ਦੇ ਵਿੱਚ 16 ਮਾਤਰਾ ਹੁੰਦੀਆਂ ਨੇ, ਲਗਾ ਮਾਤਰਾ ਤੇ ਅੱਖਰਾਂ ਨੂੰ ਮਿਲਾ ਕੇ। ਸੋ ਉਹ ਮਾਤਰਾ ਦੀ ਗਿਣਤੀ ਨੂੰ ਪੂਰਿਆਂ ਰੱਖਦਿਆਂ ਹੋਇਆਂ ਸਤਿਗੁਰੂ ਜੀ ਨੇ ਇਹ ਸਿਹਾਰੀ ਦੀ ਵਰਤੋਂ ਕੀਤੀ ਹੈ, ਕਿਉਂਕਿ ਔਂਕੜ ਤੇ ਸਿਹਾਰੀ ਇਹ ਮਾਤਰਾ ਗਿਣਤੀ ਵਿੱਚ ਨਹੀਂ ਆਉਂਦੀਆਂ। ਜਿਹੜੀ ਬਿਹਾਰੀ ਹੈ ਤੇ ਬਾਕੀ ਮਾਤਰਾ ਨੇ ਇਹ ਗਿਣਤੀ ਵਿੱਚ ਆਉਂਦੀਆਂ ਨੇ। ਸੋ ਇਸ ਵਾਸਤੇ ਇੱਥੇ ਰਾਰੇ ਨੂੰ ਸਿਹਾਰੀ ਲਾ ਕੇ ਤੇ ਜਈਏ ਨੂੰ ਦਲਾਵਾਂ ਲਿਖੀਆਂ। ਨਹੀਂ ਤਾਂ ਰਾਰੇ ਨੂੰ ਬਿਹਾਰੀ ਤੇ ਐੜੇ ਦਲਾਵਾਂ ਵੀ ਲਿਖੀਆਂ ਜਾ ਸਕਦੀਆਂ ਸਨ, ਪਰ ਉਹ ਮਾਤਰਾ ਦੇ ਵਿੱਚ ਵਾਧਾ ਹੋ ਜਾਂਦਾ ਸੀ, ਚਾਲ ਠੀਕ ਨਹੀਂ ਸੀ ਰਹਿੰਦੀ। ਇਸ ਲਈ ਰਾਰੇ ਸਿਹਾਰੀ ਹੈ, ਜਈਏ ਨੂੰ ਦਲਾਵਾਂ ਹਨ। ਜਈਏ ਦੇ ਪ੍ਰਭਾਵ ਨਾਲ ਸਿਹਾਰੀ ਨੇ ਬਿਹਾਰੀ ਵਿੱਚ ਤਬਦੀਲ ਹੋਣਾ। ਸ਼ੁੱਧ ਪਾਠ ਹੈ ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਾਓ ਆਜ ਸੰਘਰੀਐ। ਕਰਿਆ ਸੰਘਰਿਆ ਨਹੀਂ ਬੋਲਣਾ, ਕਰੀਐ ਸੰਘਰੀਐ, ਇਹ ਸ਼ੁੱਧ ਉਚਾਰਨ ਹੈ। पूर्ण होए हमारी आशा, तोर भजन की रह प्यासा। तुम है छाड़ कोई अवर ना त्याऊं, जो बर चाहूं सो तुम ते पाऊं। सेवक सिख हमारे तारिया है, चुन चुन सतर हमारे मारिया है। चुन चुन सतर हमारे मारिया है, चुन चुन सतर हमारे मारिया है। आप हाथ दै मुझे उबरिया, मरण काल का त्रास निवरिया। ਇੱਥੇ ਵੀ ਉਬਰਿਆ ਨਿਵਰਿਆ ਨਹੀਂ ਬੋਲਣਾ, ਉਬਰੀਆ ਨਿਵਰੀਆ। ਰਾਰੇ ਨੂੰ ਬਿਹਾਰੀ ਲਾ ਕੇ ਹੀ ਪਾਠ ਕਰਨਾ ਹੈ। ਆਪ ਹਾਥ ਦਾ ਮੁਝੈ ਉਬਰੀਆ, ਮਰਨ ਕਾਲ ਕਾ ਤਰਾਸ ਨਿਵਰੀਆ। हो जो सदा हमारे पच्छा, श्री आस तुझ जू करियहो रक्षा। ਇਹ ਵੀ ਕਰੀਆਹੋ, ਕੱਕਾ ਰਾਰੇ ਬਿਹਾਰੀ ਐੜਾ ਤੇ ਹਾਹੇ ਔਂਕੜ ਕਰੀਆਹੋ। ਸ੍ਰੀ ਅਸ ਤੁਜ ਜੂ ਕਰੀਆਹੋ ਰੱਛਾ। राख ले हो मोहे राखन हारे। ਹਾਂਜੀ, ਇਹ ਮੋਹੇ ਤੇ ਵਿਸਰਾਮ ਹੈ। ਰਾਖ ਲੈ ਹੋ ਮੋਹੇ ਰਾਖਨ ਹਾਰੇ। राख ले हो मोहे राखन हारे, साहिब संत सहाय प्यारे। ਸਾਹਿਬ ਸੰਤ ਸਹਾਏ ਪਿਆਰੇ। साहिब संत सहाय प्यारे, दीन बंद दुष्टन के हंता। तुम हो पुरी चतुर्दश कंता। ਤੁਮ ਹੋ ਪੁਰੀ ਚਤੁਰਦਸ ਕੰਤਾ। तुम हो पुरी चतुर्दश कंता। काल पाए ब्रह्मा बाप धरा, काल पाए शिव जू अवतरा। काल पाए कर विष्णु प्रकाशा, सकल काल का किया तमाशा। जवन काल जोगी शिव कियो, वेदराज ब्रह्मा जू थियो। जवन काल सब लोक सवारा, नमस्कार है ताहे हमारा। जवन काल सब जगत बनायो, देवदैत जच्छन उपजायो। आदि अंत एक अवतारा, सोई गुरु समझिया हो हमारा। ਸਮਝਿਆ ਹੋ, ਝੱਜੇ ਨੂੰ ਬਿਹਾਰੀ ਲਾ ਕੇ ਤੇ ਐੜੇ ਦੀ ਆਵਾਜ਼ ਦੇ ਕੇ ਸੋਈ ਗੁਰੂ ਸਮਝਿਆ ਹੋ ਹਮਾਰਾ।
नमस्कार तिस ही को हमारी सकल प्रजा जिन आप सवारी। सेवकन को सब गुण सुख दियो सत्रन को पालमो बद कियो। सेवकन को सब गुण सुख दियो, सेवकन को सिवगुण सुख दियो पाठ भी मिलता है, पर ਜਿਹੜਾ ਪ੍ਰਾਤਨ ਸੰਪਰਦਾਇ ਰੂਪ ਹੈ ਸਵਗੁਣ। ਸੇਵਕਨ ਕੋ ਸਵਗੁਣ ਸੁਖ ਦਿਓ ਸਤਰੁਨ ਕੋ, ਤੱਤੇ ਦੇ ਰਾਰੇ ਨੂੰ ਥੋੜੀ ਜਿਹੀ ਔਂਕੜ ਦੀ ਆਵਾਜ਼ ਆਉਣੀ ਹੈ। ਸਤਰੁਨ ਕੋ ਪਲਮੋਂ ਵੱਧ ਕੀਓ। सतरुन को पालमो बद कियो। काट काट के अंतर की जानत भले बुरे की पीर पशानत। चीटी ते कुंचर असथूला सब पर कृपा दृष्ट कर फूला। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। सब पर कृपा दृष्ट कर फूला। संतन दुख पाए ते दुखी। ਹਾਂ ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। संतन दुख पाए ते दुखी सुख पाए साधन के सुखी। एक एक की पीर पछानै घट घट के पट पट की जानै। जब उदकर्ख करा करतारा प्रजा तरत तब देह अपारा। जब आकर्ख करत हो कब हूँ तुम मैं मिलत देह तर सब हूँ। जेते बदन सृष्ट सब धारै आप अपनी बूझ उचारै। तुम सब ही ते रहत निरालम जानत वेद भेद आर्यालम। निरंकार निरविकार निरलंब आद अनील अनाद असंभ। ताका मूढ़ उचारत भेदा जा को भेव ना पावत बेदा। ता का मूढ़ उचारत भेदा जा को भेव न पावत बेदा। जा को भेव न पावत बेदा। ता कौ कर पाहन अनुमानत। ता कौ कर पाहन अनुमानत। ता कौ कर पाहन अनुमानत। महामूढ़ कश भेद न जानत। महादेव कौ कहत सदा शिव निरंकार का चीनत नह भेव। आप अपनी बुद्ध है जेती बरनत भिन्न भिन्न तुह तेती। तुमरा लखा ना जाए पसारा केह विद सजा प्रथम संसारा। एक रूप अनूप स्वरूपा रंग भयो राव कही भूपा। अंडज जेरज सेत जकीनी उत्पुज खान बहुर राच दीनी। कहूँ फूल राजा हुआ बैठा। कहूँ फूल राजा हुआ बैठा। हाहे ਨੂੰ ਔਂਕੜ ਤੇ ਐੜੇ ਨੂੰ ਦੁਲਾਵਾ ਹੋਇ। कहूँ फूल राजा हुआ बैठा। कहूँ फूल राजा हुआ बैठा। कहूँ सिमट भयो शंकर इकट्ठा। सिगरी सृष्ट दिखाए अचंग भव आद जुगाद स्वरूप सोयं भव। सिगरी सृष्ट दिखाए अचंभव। सिगरी ਸਗਰੀ ਪਾਠ ਬਿਹਾਰੀ ਤੋਂ ਸਿਹਾਰੀ ਤੋਂ ਬਿਨਾਂ ਵੀ ਮਿਲਦਾ ਹੈ, ਪਰ ਜੋ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਹੈ ਉਹ ਸਿਹਾਰੀ ਦੇ ਨਾਲ ਹੈ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ। अब रक्षा मेरी तुम करो सिख उबार असिख संघरो। ਸਿੱਖ ਉਬਾਰ ਅਸਿੱਖ ਸੰਘਰੋ। ਸੰਘਰੋ ਨਹੀਂ ਬੋਲਣਾ, ਸੰਘਰੋ। दुष्ट जिते उठवत उत्पाता सकल मलेश करो रण घाता। जे अस तुज तब सरनी परे तिनके दुष्ट दुखित होए मरे। पुरख जवन पग परे तिहारे तिनके तुम संकट सब टारे। ਜਵਨ ਤੇ ਵਿਸਰਾਮ ਲਗਾਇਆ ਗਿਆ ਹੈ, ਇਸੇ ਤਰ੍ਹਾਂ ਲਗਾਉਣਾ ਹੈ। ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ। जो काल को एक बार त्या है ताके काल निकट नह है। रक्षा होए ताहे सब काला दुष्ट अरिष्ट टरै तत्काला। कृपा दृष्ट तन जाहि निहर हो ताके ताप तनिक मह हर हो।
ਤਾਕੇ ਤਾਪ ਤਨਕ ਮਹਿ ਹਰ ਹੋ, ਤਨਕ ਮੋਹ ਹਰ ਹੋ ਪਾਠ ਵੀ ਮਿਲਦਾ ਹੈ। ਮੂਲ ਰੂਪ ਪ੍ਰਮੁੱਖ ਰੱਖਣਾ ਤਾਕੇ ਤਾਪ ਤਨਕ ਮਹਿ ਹਰ ਹੋ। ਤਾਕੇ ਤਾਪ ਤਨਕ ਮਹਿ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸਟ ਸ਼ਾਹ ਸਵੈ ਸਕੈ ਨ ਕੋਈ। ਸਵੈ ਸਕੈ ਨਾ ਕੋਈ, ਛੱਛੇ ਔਂਕੜ ਐੜੇ ਨੂੰ ਦੁਲਾਵਾਂ। ਦੁਸਟ ਸ਼ਾਹ ਸਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹਿ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸਟ ਦੋਖ ਤੇ ਰਹਾ। ਜਿਨ ਨਰ, ਇਹ ਵੱਖਰਾ ਵੱਖਰਾ ਬੋਲਣਾ ਨੰਨੇ ਅੱਖਰਾਂ ਨੂੰ। ਇਦਾਂ ਨਹੀਂ ਬੋਲਣਾ ਕਿ ਜਿਨ ਨਰ ਨਾਮ ਤਿਹਾਰੋ ਕਹਾ, ਇਦਾਂ ਨਹੀਂ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲੇਹੁ ਉਬਾਰੀ। ਸਰਬ ਠੌਰ ਮੋਹ ਹੋ ਸਹਾਈ, ਦੁਸਟ ਦੋਖ ਤੇ ਲੇਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ। ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ। ਦੁਸਟ ਦੋਖੀਅਨ ਕੋ ਸ਼ੈ ਕਰਤਾ। ਦੁਸ਼ਟ ਦੋਖੀਆਂ ਕੋ ਸ਼ੈ ਕਰਤਾ। ਦੋਖੀਆਂ ਖੱਖੇ ਨੂੰ ਬਿਹਾਰੀ ਬੋਲ ਕੇ ਤੇ ਐੜਾ ਬੋਲ ਕੇ ਦੁਸ਼ਟ ਦੋਖੀਆਂ ਕੋ ਸ਼ੈ ਕਰਤਾ। ਦੁਸਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸ ਤੁਜ ਜਬ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ। ਸ੍ਰੀ ਅਸ ਤੁਜ ਜਬ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ। ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ। ਦੁਖ ਨਾ ਤਿਸੈ ਵਿਆਪਤ ਕੋਈ, ਅਡਿਲ ਸੁਨੈ ਗੁੰਗ ਜੋ ਯਾਹਿ ਸੋ ਰਸ ਨਾ ਪਾਵਈ। ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ। ਹੋ ਜੋ ਯਾ ਕੀ ਏਕ ਬਾਰ, ਚਉਪਈ ਕੋ ਕਹੈ ਚਉਪਈ। ਹੋ ਜੋ ਇਕੱਠਾ ਨਹੀਂ ਬੋਲਣਾ। ਹੋ ਅੱਖਰ ਤੇ ਜਮਕ ਲਾ ਕੇ ਗਿਆਨੀ ਜੀ ਨੇ ਪਾਠ ਕੀਤਾ ਹੈ। ਹੋ ਜੋ ਯਾ ਕੀ ਏਕ ਬਾਰ, ਯਾ ਕੀ ਯਈਏ ਦੇ ਨਾਲ। ਹੋ ਜੋ ਯਾ ਕੀ ਏਕ ਬਾਰ, ਚਉਪਈ ਕੋ ਕਹੈ। ਚਉਪਈ ਸੰਬਤ 17 ਹੈ ਸਹਸ ਭਣੀਜੈ। ਅਰਧ ਸਹਸ ਫੋਨ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸੰਬਤ 17 ਸਹਸ ਭਣਿਜੈ, ਅਰਧ ਸਹਸ ਫੁਨ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਇਹ ਸਤਿਗੁਰੂ ਜੀ ਨੇ ਚੌਪਈ ਸਾਹਿਬ ਉਚਾਰਨ ਕਰਨ ਦੀ ਸੰਮਤ ਵੀ ਆਪ ਪੂਰਾ ਦਿਨ ਲਿਖਿਆ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਜਾਈਏ ਤੇ ਕੁਝ ਦੂਰੀ ਤੇ ਬਿਭੌਰ ਸਾਹਿਬ ਦਾ ਪਾਵਨ ਅਸਥਾਨ ਹੈ, ਸਤਲੁਜ ਦਰਿਆ ਦੇ ਕਿਨਾਰੇ। ਸਤੁਦਰਵ ਦਾ ਅਰਥ ਹੈ ਸਤਲੁਜ। ਉਹ ਬਿਭੌਰ ਸਾਹਿਬ ਦਾ ਜਿਹੜਾ ਪਾਵਨ ਅਸਥਾਨ ਹੈ, ਉੱਥੇ ਸਤਿਗੁਰੂ ਜੀ ਨੇ ਸਾਰਾ ਚਰਿਤ੍ਰੋਪਖਿਆਨ ਗ੍ਰੰਥ ਉਚਾਰਿਆ ਤੇ ਉੱਥੇ ਇਸ ਦਿਨ ਚੌਪਈ ਉਚਾਰਨ ਕੀਤੀ ਹੈ। ਸੰਬਤ 17 ਸਹਸ ਭਣਿਜੈ। 17 ਤੋਂ ਭਾਵ ਹੈ 17, ਸਹਸ ਤੋਂ ਭਾਵ ਹੈ 100, 1700। ਭਣਿਜੈ ਕਹਿ ਲਈਏ। ਅਰਧ ਸਹਸ ਫਿਰ ਅੱਧਾ 100, ਅੱਧਾ 100 ਕਿੰਨਾ ਹੁੰਦਾ ਹੈ? 50 ਨਾਲ ਫਿਰ 50 ਕਹਿ ਲਓ। ਫੁਨ ਤੀਨ ਕਹਿਜੈ ਨਾਲ 3 ਕਹਿ ਲਓ। 1750 ਜਮਾ 3 ਭਾਵ ਕੇ 1753। 1753 ਬਿਕਰਮੀ ਸੰਮਤ ਹੈ। ਭਾਦਰਵ ਸੁਦੀ ਅਸ਼ਟਮੀ, ਇਹ ਭਾਦੋਂ ਦੀ ਸੰਗਰਾਂਦ, ਭਾਦੋਂ ਦੀ ਪੁੰਨਿਆ ਤੋਂ ਪਹਿਲਾਂ 7 ਦਿਨ ਪਹਿਲਾਂ ਭਾਦਰਵ ਸੁਦੀ ਅਸ਼ਟਮੀ ਦਾ ਦਿਨ ਹੈ। ਰਵਿਵਾਰਾ ਉਸ ਦਿਨ ਐਤਵਾਰ ਸੀ। ਭਾਦਰੋਂ ਸੁਦੀ ਅਸ਼ਟਮੀ 1753 ਬਿਕਰਮੀ ਐਤਵਾਰ ਵਾਲੇ ਦਿਨ ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਤਲੁਜ ਦਰਿਆ ਦੇ ਕਿਨਾਰੇ ਤੇ ਇਹ ਗ੍ਰੰਥ ਜਿਹੜਾ ਸੀ ਸੰਪੂਰਨ ਕੀਤਾ ਹੈ। ਇਹ ਸਤਿਗੁਰੂ ਜੀ ਨੇ ਸੰਮਤ ਦੀ ਸੂਚਨਾ ਲਿਖੀ ਹੈ ਔਰ ਇਹ ਵੀ ਪਾਠ ਦਾ ਹਿੱਸਾ ਹੈ। ਸਾਧ ਸੰਗਤ ਜੀ, ਸਾਡੇ ਵਿੱਚ ਬੜੀਆਂ ਕਮਜ਼ੋਰੀਆਂ ਪੈਦਾ ਕਰ ਦਿੱਤੀਆਂ ਗਈਆਂ, ਘਾਟਾਂ ਪਾ ਦਿੱਤੀਆਂ ਗਈਆਂ।
ਕੁਝ ਵਿਦਵਾਨ ਇਕੱਠੇ ਹੋਏ, ਉਹਨਾਂ ਨੇ ਇਹ ਜਿਹੜੀਆਂ ਮਗਰਲੀਆਂ 4 ਪੌੜੀਆਂ ਨੇ ਇਹ ਕੱਟ ਦਿੱਤੀਆਂ ਤੇ 25 ਪੌੜੀਆਂ ਤੱਕ ਦੁਸ਼ਟ ਦੋਖ ਤੇ ਲੇਹੋ ਬਚਾਈ, ਇੱਥੋਂ ਤੱਕ ਚੌਪਈ ਨੂੰ ਸੀਮਿਤ ਕਰ ਦਿੱਤਾ। ਪਰ ਇਹ ਆਪਣੀ ਮਨਮਰਜ਼ੀ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਆਪਾਂ ਬਾਣੀ ਪੜ੍ਹੀਏ, ਤੀਰ ਸਤੰਦਰਵ ਗ੍ਰੰਥ ਸੁਧਾਰਾ, ਇੱਥੇ ਜਾ ਕੇ ਚੌਪਈ ਸਾਹਿਬ ਦੀ ਸਮਾਪਤੀ ਲੜੀਵਾਰ ਹੁੰਦੀ ਹੈ। ਜਿਵੇਂ ਇਹ ਅੰਗਾਂ ਦੀ ਰਚਨਾ ਚੱਲੀ ਆਉਂਦੀ ਹੈ, ਲੜੀਵਾਰ ਇੱਥੋਂ ਤੱਕ ਚੱਲਦੀ ਆਉਂਦੀ ਹੈ ਅੰਗਾਂ ਦੀ ਰਚਨਾ। ਗੁਰੂ ਮਹਾਰਾਜ ਦੇ ਕੀਤੇ ਵਿੱਚ ਵਾਧਾ ਘਾਟਾ ਕਰਨ ਦਾ ਆਪਾਂ ਨੂੰ ਕੋਈ ਹੱਕ ਨਹੀਂ। ਜੇ ਦੁਸ਼ਟ ਦੋਖ ਤੇ ਲੇਹੋ ਬਚਾਈ ਤੱਕ ਹੀ ਪੜ੍ਹੀਏ, ਇੱਥੋਂ ਤੱਕ ਪਾਠ ਅਧੂਰਾ ਹੈ, ਪੂਰਾ ਨਹੀਂ। ਅਗਲੀਆਂ ਵੀ ਇਹ ਸਾਰੀਆਂ ਪੌੜੀਆਂ ਚੌਪਈ ਦੀਆਂ ਪੜ੍ਹ ਕੇ ਫਿਰ ਤੀਰ ਸਤੰਦਰਵ ਗ੍ਰੰਥ ਸੁਧਾਰਾ ਇੱਥੋਂ ਤੱਕ ਪੜ੍ਹ ਕੇ ਫਿਰ ਅੱਗੇ ਸਵਈਆ ਜਿਹੜਾ ਹੈ ਇਹ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੱਖਰੇ ਅਸਥਾਨ ਤੇ ਹੈ। ਤੀਰ ਸਤੰਦਰਵ ਗ੍ਰੰਥ ਸੁਧਾਰਾ ਇੱਥੋਂ ਬਾਣੀ ਦੀ ਸੰਪੂਰਨਤਾ ਹੁੰਦੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹ ਸ੍ਰੀ ਚਤੁਰੋਪਖਿਆਨੇ ਉਹ ਸੂਚਨਾ ਅੱਗੇ ਆਉਂਦੀ ਹੈ, ਜਦੋਂ ਰਹਿ ਰਾਸ ਪੜ੍ਹਦੇ ਹਾਂ ਉਦੋਂ ਉਹ ਪੜ੍ਹਨੀ ਹੈ, ਚੌਪਈ ਸਾਹਿਬ ਵਿੱਚ ਉਹ ਨਹੀਂ ਪੜ੍ਹੀ ਜਾਂਦੀ, ਇਹ ਪੁਰਾਤਨ ਮਰਜ਼ਾਦਾ ਹੈ। ਹੁਣ ਅੱਗੇ ਸਵਈਆ ਆ ਰਿਹਾ ਹੈ। ਇਹ ਸਵਈਆ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 254 ਅੰਗ ਤੇ ਸੁਭਾਏਮਾਨ ਹੈ, ਜਿੱਥੇ ਸਤਿਗੁਰੂ ਨੇ ਵਿਸ਼ਨੂੰ ਜੀ ਦੇ 24 ਅਵਤਾਰਾਂ ਦੀ ਕਥਾ ਸਾਡੇ ਗਿਆਨ ਵਾਸਤੇ ਲਿਖੀ ਹੈ। ਜੋ ਸਤਿਗੁਰੂ ਗਰੀਬ ਨਿਵਾਜ ਜੀ ਨੇ ਰਾਮਾਵਤਾਰ ਦਾ ਪ੍ਰਸੰਗ ਲਿਖਿਆ ਹੈ, ਰਾਮਚੰਦਰ ਦੀ ਕਥਾ ਰਾਮਾਵਤਾਰ, ਉਹਦੇ ਅਖੀਰ ਵਿੱਚ ਮਹਾਰਾਜ ਨੇ ਇਹ ਸਵਈਆ ਤੇ ਦੋਹਰਾ ਅੰਕਿਤ ਕੀਤਾ ਹੈ। ਕਿਸੇ ਨੂੰ ਭੁਲੇਖਾ ਨਾ ਲੱਗ ਜਾਵੇ ਕਿ ਸਤਿਗੁਰਾਂ ਨੇ ਅਵਤਾਰਾਂ ਦੀ ਕਥਾ ਕਿਉਂ ਲਿਖੀ। ਪਹਿਲਾਂ ਕ੍ਰਿਸ਼ਨ ਅਵਤਾਰ ਦੀ ਕਥਾ ਆਉਂਦੀ ਹੈ, ਫਿਰ ਰਾਮ ਅਵਤਾਰ ਦੀ, ਉਹਦੇ ਤੋਂ ਪਹਿਲਾਂ ਹੋਰ ਅਵਤਾਰਾਂ ਦੀਆਂ ਵੀ ਆਉਂਦੀਆਂ ਨੇ। ਤੇ ਕ੍ਰਿਸ਼ਨ ਅਵਤਾਰ ਰਾਮ ਅਵਤਾਰ ਦੀ ਕਥਾ ਸਤਿਗੁਰੂ ਜੀ ਲਿਖਦੇ ਨੇ, ਕੋਈ ਇਹ ਨਾ ਸਮਝ ਲਵੇ ਰਾਮ ਅਵਤਾਰ ਦੀ ਪਹਿਲਾਂ ਹੈ, ਕ੍ਰਿਸ਼ਨ ਅਵਤਾਰ ਦੀ ਬਾਅਦ ਵਿੱਚ ਹੈ। ਔਰ ਫਿਰ ਉਸ ਤੋਂ ਅੱਗੇ ਹੋਰ ਕਥਾ ਆ ਕੇ ਕਲਕੀ ਅਵਤਾਰ ਦੀ ਆਉਂਦੀ ਹੈ। ਕੋਈ ਇਹ ਨਾ ਸਮਝ ਲਵੇ ਕਿ ਰਾਮਚੰਦਰ ਦੀ ਕਥਾ ਸਤਿਗੁਰਾਂ ਨੇ ਤਾਂ ਲਿਖੀ ਕਿਉਂਕਿ ਸਤਿਗੁਰੂ ਜੀ ਸ਼ਾਇਦ ਰਾਮਚੰਦਰ ਦੀ ਮਾਨਤਾ ਕਰਦੇ ਨੇ। ਨਹੀਂ, ਮਹਾਰਾਜ ਨੇ ਆਪਣਾ ਨਿਸ਼ਚਾ ਦੱਸ ਦਿੱਤਾ, ਸਾਡਾ ਨਿਸ਼ਚਾ ਕੀ ਹੈ। ਉਹ ਰਾਮਚੰਦਰ ਜੀ ਦੀ ਕਥਾ ਰਾਮਾਵਤਾਰ ਦੀ ਸਾਰੀ ਲਿਖ ਕੇ ਅਖੀਰ ਵਿੱਚ ਸਾਡੇ ਭੁਲੇਖੇ ਦੂਰ ਕਰਨ ਵਾਸਤੇ ਤੇ ਸਾਨੂੰ ਨਿਸ਼ਚਾ ਬਣਾਉਣ ਵਾਸਤੇ ਤੇ ਆਪਣਾ ਵੀ ਜੀਵਨ ਐਸਾ ਰੱਖਣ ਵਾਸਤੇ, ਆਪਣੇ ਮਨ ਵਿੱਚ ਵੀ ਇਹ ਪ੍ਰਪੱਕਤਾ ਰੱਖਣ ਵਾਸਤੇ ਕਿ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਾਂ, ਹੋਰ ਕਿਸੇ ਦੇ ਨਹੀਂ। ਇਹ ਨਿਸ਼ਚਾ ਸਾਡੇ ਮਨਾਂ ਵਿੱਚ ਪ੍ਰਪੱਕ ਕਰਨ ਲਈ ਰਾਮਾਵਤਾਰ ਦੇ ਅਖੀਰ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਸਵਈਆ ਤੇ ਦੋਹਰਾ ਉਚਾਰਨ ਕੀਤੇ ਹਨ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਕਈ ਪਾਠੀ ਪਾਠ ਕਰਦੇ ਨੇ ਜੀ, ਪਾਏ ਗਹੇ ਜਬ ਤੇ ਤੁਮਰੇ ਤਬ ਤੇ। ਨਹੀਂ, ਇੱਦਾਂ ਨਹੀਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਜਿਹਦੀ ਬਿਲਕੁਲ ਵੀ ਪਰਵਾਹ ਨਾ ਕਰੀਏ, ਜਿਹਨੂੰ ਕੁਝ ਵੀ ਨਾ ਸਮਝੀਏ, ਉਹਨੂੰ ਆਪਾਂ ਕਹਿ ਦਿੰਦੇ ਕਿ ਜਾ ਮੈਂ ਤਾਂ ਤੈਨੂੰ ਅੱਖ ਥੱਲੇ ਵੀ ਨਹੀਂ ਲਿਆਉਂਦਾ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਜਦੋਂ ਤੋਂ ਆਪ ਜੀ ਦੇ ਆਸਰਾ ਰੂਪੀ ਚਰਨ ਫੜ ਲਏ, ਉਦੋਂ ਤੋਂ ਕਿਸੇ ਦੇਵੀ ਦੇਵਤੇ ਕਿਸੇ ਹੋਰ ਨੂੰ ਆਪਣੀ ਅੱਖ ਥੱਲੇ ਵੀ ਨਹੀਂ ਲਿਆਂਦਾ। ਕਿਸੇ ਦਾ ਆਪਾਂ ਖਿਆਲ ਹੋਰ ਕਿਸੇ ਦਾ ਨਹੀਂ ਕਰਦੇ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ, ਏਕ ਨਾ ਮਾਨਿਓ। ਹਾਂ, ਇਹ ਮਤ ਤੇ ਜਮਕ ਆਉਣੀ ਹੈ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ, ਏਕ ਨਾ ਮਾਨਿਓ। ਸਿਮ੍ਰਿਤ ਸਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਇਹ ਵੀ ਵਿਸਰਾਮ ਚੇਤੇ ਰੱਖਣ ਵਾਲਾ ਹੈ। ਬਹੁਤੇ ਗਲਤੀ ਲਗਾਉਂਦੇ ਨੇ, ਬੋਲਦੇ ਨੇ ਕਿ ਸਿਮਰਤ ਸ਼ਾਸਤਰ ਵੇਦ ਸਭੈ ਬਹੁ। ਨਹੀਂ, ਇੱਦਾਂ ਨਹੀਂ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਹਾਂਜੀ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹਿ ਬਖਾਨਿਓ। ਇਸ ਪੰਕਤੀ ਦਾ ਵਿਸਰਾਮ ਵੀ ਪਾਠੀਆਂ ਕੋਲੋਂ ਗਲਤ ਸੁਣੀਦਾ ਹੈ ਕਿ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ। ਇੱਦਾਂ ਨਹੀਂ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹਿ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੈ,
ਗਹਿਓ ਤੁਹਾਰੋ ਦੁਆਰ। ਇੱਥੇ ਗਇਓ ਤੁਹਾਰੋ ਦੁਆਰ ਨਹੀਂ ਬੋਲਣਾ। ਗਇਓ ਦਾ ਅਰਥ ਹੈ ਕਿ ਮੈਂ ਤੇਰੇ ਦੁਆਰੇ ਤੇ ਗਿਆ ਹਾਂ, ਤੇ ਗਹਿਓ ਦਾ ਅਰਥ ਹੈ ਪਕੜਿਆ। ਪੱਕੇ ਤੌਰ ਤੇ ਮੈਂ ਤੁਹਾਡਾ ਦਰ ਪਕੜ ਲਿਆ, ਤੁਹਾਡਾ ਆਸਰਾ ਮੈਂ ਪੱਕੇ ਤੌਰ ਤੇ ਹੀ ਲੈ ਲਿਆ। ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।